ਹੈਲੋ ਫਰੈਂਡਸ, ਵੈਲਕਮ ਟੂ ਆਰ ਸਟੱਡੀ ਅਨਦਰ ਵੇ ਚੈਨਲ। ਅੱਜ ਤੋਂ ਆਪਾਂ ਪੋਲਿਟੀ ਦੀ ਨਿਊ ਸੀਰੀਜ਼ ਸਟਾਰਟ ਕੀਤੀ ਹੈ, ਜਿਸ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਦੇ ਨਾਲ ਰਿਲੇਟਡ ਇੰਪੋਰਟੈਂਟ ਐਮਸੀਕਿਊਜ਼ ਦੇਖਣ ਨੂੰ ਮਿਲਣਗੇ। ਇਸ ਦੇ ਸਾਰੇ ਪਾਰਟਸ ਦੇਖਣ ਲਈ ਤੁਸੀਂ ਸਟੱਡੀ ਅਨਦਰ ਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਨੂੰ ਦਬਾ ਲਓ, ਜਿਸ ਨਾਲ ਸਾਰੀਆਂ ਅਪਲੋਡਡ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਸਿਰ ਮਿਲਦੀ ਰਹੇ। ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਕੁਐਸਚਨ ਨੰਬਰ 1, ਅ ਕਨਸਟੀਟਿਊਸ਼ਨ ਇਜ਼ ਸੰਵਿਧਾਨ ਕੀ ਹੈ। ਟਾਈਮ ਖਰਾਬ ਨਾ ਕਰਦੇ ਹੋਏ ਆਪਾਂ ਆਪਸ਼ਨ ਤੇ ਪਹੁੰਚਦੇ ਹਾਂ। ਦਾ ਰਾਈਟ ਆਂਸਰ ਇਜ਼ ਡੀ, ਦ ਬੇਸਿਕ ਸਟਰਕਚਰ ਵਿਚ ਡਿਫਾਈਨਸ ਦ ਪਾਵਰ ਆਫ ਦ ਸਟੇਟ ਐਂਡ ਦ ਰਾਈਟ ਆਫ ਦ ਡਿਊਟੀਜ਼ ਆਫ ਇਟਸ ਸਿਟੀਜ਼ਨਸ। ਇਹ ਇੱਕ ਬੇਸਿਕ ਸਟਰਕਚਰ ਹੈ ਜਿਸ ਦੇ ਵਿੱਚ ਪਾਵਰਸ ਡਿਫਾਈਨਸ ਕੀਤੀਆਂ ਗਈਆਂ ਨੇ ਸਟੇਟ ਐਂਡ ਯੂਨੀਅਨ ਲਈ। ਚੱਲਦੇ ਨੈਕਸਟ ਕੁਐਸਚਨ ਵੱਲ। ਦ ਕਨਸਟੀਟਿਊਸ਼ਨ ਅਸੈਂਬਲੀ ਵਾਸ ਸੈਟ ਅਪ ਅੰਡਰ। ਕਨਸਟੀਟਿਊਸ਼ਨ ਅਸੈਂਬਲੀ ਕਦੋਂ ਬਣੀ ਸੀ, ਕਿਹੜੇ ਪਲਾਨ ਦੇ ਅੰਡਰ ਬਣੀ ਸੀ, ਕਿਹੜੇ ਐਕਟ ਦੇ ਅੰਡਰ ਬਣੀ ਸੀ। ਦ ਰਾਈਟ ਆਂਸਰ ਇਜ਼ ਏ, ਕੈਬਨਿਟ ਮਿਸ਼ਨ ਪਲਾਨ ਆਫ 1946। ਇਸ ਪਲਾਨ ਅੰਡਰ ਇਹ ਡਿਸਾਈਡ ਕੀਤਾ ਗਿਆ ਸੀ ਵੀ ਇੰਡੀਆ ਨੂੰ ਇੰਡੀਪੈਂਡੈਂਸ ਦਿਵਾਉਣੀ ਹੈ, ਇੰਡੀਆ ਨੂੰ ਆਜ਼ਾਦੀ ਦਿਵਾਉਣੀ ਹੈ ਜਿੰਨੀ ਜਲਦੀ ਹੋ ਸਕੇ। ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਕੁਐਸਚਨ ਨੰਬਰ 3, ਦ ਕਨਸਟੀਟਿਊਸ਼ਨ ਆਫ ਇੰਡੀਆ ਵਾਸ ਪਾਸਡ ਔਨ। ਸੰਵਿਧਾਨ ਕਦੋਂ ਪਾਸ ਹੋਇਆ ਸੀ। ਇਹਦਾ ਰਾਈਟ ਆਂਸਰ ਹੈ ਬੀ, 26 ਨਵੰਬਰ 1949 ਨੂੰ ਇਹ ਪਾਸ ਕੀਤਾ ਗਿਆ ਗਵਰਨਮੈਂਟ ਵੱਲੋਂ। ਦੇਖਦੇ ਹਾਂ ਅਗਲਾ ਕੁਐਸਚਨ। ਦ ਕਨਸਟੀਟਿਊਸ਼ਨ ਆਫ ਇੰਡੀਆ ਵਾਸ ਇਨ ਫੋਰਸ ਔਨ। ਆਪਸ਼ਨਸ ਗਿਵਨ ਨੇ। ਇਸ ਦਾ ਰਾਈਟ ਆਂਸਰ ਹੈ ਏ, 26 ਜਨਵਰੀ 1950 ਨੂੰ ਇਹ ਇਨਫੋਰਸ ਹੋਇਆ ਸੀ। ਪਹਿਲਾਂ ਇਹ ਪਾਸ ਹੋਇਆ ਸੀ, ਫਿਰ ਇਨਫੋਰਸ। ਇਨਫੋਰਸ ਮੀਨਸ ਇਹ ਵਰਕਿੰਗ 'ਚ ਕਦੋਂ ਆਇਆ ਆਪਣੀ ਗਵਰਨਮੈਂਟ 'ਤੇ, ਤਾਂ ਉਸਨੂੰ ਇਨਫੋਰਸ ਕਹਿੰਦੇ ਨੇ। ਚੱਲਦੇ ਹਾਂ ਅਗਲੇ ਕੁਐਸਚਨ ਤੇ। ਕੁਐਸਚਨ ਨੰਬਰ 5, ਅੰਡਰ ਦ ਕੈਬਨਿਟ ਮਿਸ਼ਨ ਪਲਾਨ ਦ ਕਨਸਟੀਟਿਊਸ਼ਨ ਅਸੈਂਬਲੀ ਵਾਸ ਟੂ ਕੰਸਿਸਟ ਆਫ। ਜਿਹੜੀ ਕੈਬਨਿਟ ਮਿਸ਼ਨ ਪਲਾਨ ਬਣਿਆ ਸੀ ਉਸ ਦੇ ਵਿੱਚ ਕਿੰਨੇ ਮੈਂਬਰ ਸੀ। ਇਸ ਦੇ ਵਿੱਚ ਮੈਂਬਰ ਸੀਗੇ ਬੀ ਆਪਸ਼ਨ 389 ਮੈਂਬਰਸ। ਇਸ ਤੋਂ ਇਲਾਵਾ ਇਸ ਦੇ ਵਿੱਚ ਲਾਰਡ ਪੈਂਥਿਕ ਲਾਰੈਂਸ, ਸਰ ਕ੍ਰਿਪਸ ਐਂਡ ਏ.ਵੀ. ਅਲੈਗਜ਼ੈਂਡਰ ਵਰਗੇ ਹੋਰ ਮੈਂਬਰਸ ਸ਼ਾਮਿਲ ਕੀਤੇ ਗਏ। ਇਹ ਮਿਸ਼ਨ ਇੰਡੀਪੈਂਡੈਂਸ ਦਿਵਾਉਣ ਵਾਸਤੇ ਸੀ ਇੰਡੀਆ ਨੂੰ। ਦੇਖਦੇ ਹਾਂ ਅਗਲਾ ਕੁਐਸਚਨ। ਕੁਐਸਚਨ ਨੰਬਰ 6, ਦ ਆਈਡੀਆ ਆਫ ਦ ਕਨਸਟੀਟਿਊਸ਼ਨ ਆਫ ਇੰਡੀਆ ਵਾਸ ਫਸਟ ਆਫ ਆਲ ਗਿਵਨ ਬਾਈ। ਕਿਸ ਦੇ ਵੱਲੋਂ ਆਈਡੀਆ ਦਿੱਤਾ ਗਿਆ ਸੀ ਵੀ ਕਨਸਟੀਟਿਊਸ਼ਨ ਬਣੇ, ਰੂਲਸ ਬਣਨ, ਰੈਗੂਲੇਸ਼ਨ ਬਣਨ। ਦ ਰਾਈਟ ਆਂਸਰ ਇਜ਼ ਬੀ, ਐਮ.ਐਨ. ਰॉय। ਇਹਨਾਂ ਵੱਲੋਂ ਇਹ ਆਈਡੀਆ ਦਿੱਤਾ ਗਿਆ। ਦ ਨੈਕਸਟ ਕੁਐਸਚਨ ਇਜ਼ ਹੂ ਇਜ਼ ਕਾਲਡ ਦ ਆਰਕੀਟੈਕਟ ਆਫ ਦ ਇੰਡੀਅਨ ਕਨਸਟੀਟਿਊਸ਼ਨ। ਕਿਹਨੇ ਸਟਰਕਚਰ ਤਿਆਰ ਕੀਤਾ ਸੀ ਇਸ ਦਾ। ਦੈਟ ਇਜ਼ ਸੀ, ਬੀ ਆਰ ਅੰਬੇਦਕਰ, ਜਿਹੜੇ ਕਿ ਡਰਾਫਟਿੰਗ ਕਮੇਟੀ ਦੇ ਵੀ ਮੈਂਬਰ ਰਹਿ ਚੁੱਕੇ ਨੇ। ਹੁਣ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। 3 ਜੂਨ ਪਲਾਨ ਵਾਸ ਆਲਸੋ ਨੋਨ ਐਜ਼। 3 ਜੂਨ ਜਿਹੜਾ ਪਲਾਨ ਬਣਿਆ ਸੀ ਉਹ ਕਿਹਦਾ ਸੀ। ਦੈਟ ਇਜ਼ ਮਾਊਂਟ ਬਿਟਨ ਪਲਾਨ। ਰਾਈਟ ਆਂਸਰ ਇਜ਼ ਏ, ਬਟ ਆਪਾਂ ਫਰਦਰ ਪੜ੍ਹਦੇ ਹਾਂ। ਕੈਬਨਿਟ ਮਿਸ਼ਨ ਪਲਾਨ ਜਿਹੜਾ ਇੰਡੀਪੈਂਡੈਂਸ ਲਈ ਬਣਿਆ ਸੀ ਉਹ ਸੀਗਾ 1946 ਦਾ। ਵੈਲਵ ਪਲਾਨ ਹੈ ਜਿਹੜਾ 1942 ਦਾ। ਅਤੇ ਮਾਊਂਟ ਬਿਟਨ ਪਲਾਨ 3 ਜੂਨ 1947 ਦਾ ਸੀ, ਜਿਹਨੂੰ ਆਪਾਂ ਮਾਊਂਟ ਬਿਟਨ ਪਲਾਨ ਦੇ ਨਾਂ ਨਾਲ ਵੀ ਜਾਣਦੇ ਹਾਂ। ਅੱਗੇ ਦੇਖਦੇ ਹਾਂ ਕੁਐਸਚਨ ਨੂੰ। ਵਿਚ ਪੋਰਸ਼ਨ ਆਫ ਦ ਇੰਡੀਅਨ ਕਨਸਟੀਟਿਊਸ਼ਨ ਰਿਫਲੈਕਟ ਦ ਮਾਈਂਡ ਐਂਡ ਆਈਡੀਆਲਸ ਆਫ ਇਟਸ ਫਰੇਮਰ। ਜਿਸ ਨੇ ਉਸ ਚੀਜ਼ ਦਾ ਆਈਡੀਆ ਔਰ ਮਾਈਂਡ ਨੂੰ ਚੇਂਜ ਕਰਤਾ ਸੀ, ਇਸ ਨੂੰ ਕੀ ਕਹਿੰਦੇ ਆ। ਦ ਰਾਈਟ ਆਂਸਰ ਇਜ਼ ਪ੍ਰੀਐਂਬਲ। ਪ੍ਰੀਐਂਬਲ ਇਜ਼ ਅ ਪਾਰਟ ਆਫ ਦ ਕਨਸਟੀਟਿਊਸ਼ਨ। ਬਾਕੀ ਜਿਹੜੇ ਫਰਦਰ ਦਿੱਤੇ ਹੋਏ ਨੇ ਇਹ ਇਸ ਦੇ ਕਨਸਟੀਟਿਊਸ਼ਨ ਦੇ ਹੀ ਪਾਰਟਸ ਨੇ, ਬਟ ਉਹ ਪ੍ਰੀਐਂਬਲ ਦੇ ਵਿੱਚ ਡਿਫਾਈਨ ਕੀਤੇ ਗਏ ਨੇ। ਟਾਈਮ ਨਾ ਖਰਾਬ ਕਰਦੇ ਹੋਏ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਦ ਪ੍ਰੀਐਂਬਲ ਆਫ ਦ ਕਨਸਟੀਟਿਊਸ਼ਨ ਵਾਸ ਪ੍ਰੀਪੇਅਰਡ। ਪ੍ਰੀਐਂਬਲ ਕਿਸ ਨੇ ਪ੍ਰੀਪੇਅਰ ਕੀਤਾ ਸੀ, ਕਿਉਂਕਿ ਇਹ ਵੀ ਜ਼ਰੂਰੀ ਸੀ ਬਣਾਉਣਾ, ਕਨਸਟੀਟਿਊਸ਼ਨ ਦਾ ਇੱਕ ਪਾਰਟ ਸੀ। ਇਹ ਪ੍ਰੀਪੇਅਰ ਕੀਤਾ ਗਿਆ ਸੀ ਪੰਡਿਤ ਜਵਾਹਰ ਲਾਲ ਨਹਿਰੂ। ਦ ਰਾਈਟ ਆਂਸਰ ਇਜ਼ ਏ। ਇਸ ਨੂੰ ਬਣਾਉਣਾ ਤਾਂ ਜ਼ਰੂਰੀ ਸੀ ਕਿਉਂਕਿ ਇਹਦੇ ਵਿੱਚ ਗਿਵਨ ਜਿਹੜੀਆਂ ਚੀਜ਼ਾਂ ਨੇ, ਡਿਊਟੀਜ਼ ਨੇ ਕਨਸਟੀਟਿਊਸ਼ਨ 'ਚ ਗਿਵਨ, ਉਹ ਸਾਰਾ ਕੁਝ ਇਸ ਦੇ ਨਾਲ ਹੀ ਰਿਲੇਟਡ ਹੈ। ਨੈਕਸਟ ਕੁਐਸਚਨ, ਪ੍ਰੀਐਂਬਲ ਇਜ਼। ਪ੍ਰੀਐਂਬਲ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ। ਪ੍ਰੀਐਂਬਲ ਕੀ ਹੈ। ਪ੍ਰੀਐਂਬਲ ਇਜ਼ ਅ ਪਾਰਟ ਆਫ ਦ ਕਨਸਟੀਟਿਊਸ਼ਨ। ਇਟ ਇਜ਼ ਆਲਰੇਡੀ ਡਿਫਾਈਨਡ ਇਨ ਲਾਸਟ ਕੁਐਸਚਨਸ। ਸੋ ਰਾਈਟ ਆਂਸਰ ਇਜ਼ ਪਾਰਟ ਆਫ ਦ ਕਨਸਟੀਟਿਊਸ਼ਨ। ਦੇਖਦੇ ਹਾਂ ਨੈਕਸਟ ਕੁਐਸਚਨ। ਦ ਪ੍ਰੀਐਂਬਲ ਟੂ ਦ ਇੰਡੀਅਨ ਕਨਸਟੀਟਿਊਸ਼ਨ ਵਾਸ ਅਮੈਂਡ ਇਨ ਦ ਈਅਰ। ਪ੍ਰੀਐਂਬਲ ਨੂੰ ਅਮੈਂਡ ਕਦੋਂ ਕੀਤਾ। ਅਮੈਂਡ ਮਤਲਬ ਉਹਦੇ ਵਿੱਚ ਕੁਝ ਚੇਂਜਿਸ ਕਰਨੀਆਂ। ਜੇ ਕੋਈ ਐਕਟ ਬਣਦਾ ਤਾਂ ਉਹਦੇ ਵਿੱਚ ਚੇਂਜਿਸ ਹੁੰਦੀਆਂ ਨੇ, ਤਾਂ ਇਸ ਦੇ ਵਿੱਚ ਕਦੋਂ ਚੇਂਜਿਸ ਹੋਈਆਂ ਸੀ। ਆਂਸਰ ਇਜ਼ ਇਹ ਆਪਸ਼ਨ 1976, ਜਦੋਂ ਇਸ ਦੇ ਵਿੱਚ ਫਸਟ ਅਮੈਂਡਮੈਂਟ ਕੀਤੀ ਗਈ, ਫਸਟ ਚੇਂਜ ਲਿਆਂਦਾ ਗਿਆ। ਚੱਲਦੇ ਨੈਕਸਟ ਕੁਐਸਚਨ ਵੱਲ। ਹੂ ਇਜ਼ ਦਾ ਫਾਦਰ ਆਫ ਕਾਮਨਲ ਇਲੈਕਟ੍ਰੋਡ। ਫਸਟ ਆਫ ਆਲ ਕਾਮਨ ਇਲੈਕਟ੍ਰੋਡ ਕੀ ਹੈ।
ਕਾਮਨ ਇਲੈਕਟ੍ਰੋਡ ਇਹ ਹੈ ਜਿਸ ਦੇ ਵਿੱਚ ਮੁਸਲਿਮ ਨੇ ਸੈਪਰੇਸ਼ਨ ਮੰਗੀ ਸੀ ਵੀ ਸਾਨੂੰ ਅਲੱਗ ਤੋਂ ਆਪਣਾ ਹੱਕ ਚਾਹੀਦਾ, ਅਲੱਗ ਤੋਂ ਸਾਨੂੰ ਵੋਟਸ ਚਾਹੀਦੀਆਂ ਨੇ। ਇਸ ਟਾਈਮ ਦੇ ਗਵਰਨਰ ਸੀਗੇ ਵਾਇਸਰॉय ਐਂਡ ਗਵਰਨਰ ਸਤਿੰਦਰ ਪ੍ਰਸਾਦ ਸਿਨਹਾ ਐਂਡ ਇਸ ਦਾ ਰਾਈਟ ਆਂਸਰ ਹੈ ਮੋਰਲੇ ਮਿੰਟੋ 1909। ਮੋਰਲੇ ਮਿੰਟੋ 1909 ਨੂੰ ਕਾਮਨ ਇਲੈਕਟ੍ਰੋਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਚੱਲਦੇ ਨੈਕਸਟ ਕੁਐਸਚਨ, ਫਰੋਮ ਵਿਚ ਆਫ ਦਾ ਫੋਲੋਇੰਗ ਕੌਨਸਟੀਟਿਊਸ਼ਨ ਵੀ ਹੈਵ ਨਾਟ ਬੋਰੋ ਐਨੀ ਫੀਚਰ। ਜਿਸ ਦੇਸ਼ ਤੋਂ ਆਪਾਂ ਕੋਈ ਵੀ ਫੀਚਰ ਨਹੀਂ ਲਈ, ਕੋਈ ਵੀ ਚੀਜ਼ ਅਡਾਪਟ ਨਹੀਂ ਕੀਤੀ, ਖਰੀਦੀ ਨਹੀਂ ਜਾਂ ਲਈ ਨਹੀਂ, ਲਾਈਕ ਰਾਈਟ ਆਂਸਰ ਇਜ਼ ਕੌਨਸਟੀਟਿਊਸ਼ਨ ਆਫ ਚਾਈਨਾ। ਚਾਈਨਾ ਤੋਂ ਆਪਾਂ ਕੁਛ ਨਹੀਂ ਲਿਆ। ਜਿਵੇਂ ਯੂਨਾਈਟਿਡ ਸਟੇਟ ਤੋਂ ਆਪਾਂ ਬੋਰੋ ਕੀਤੀਆਂ ਸੀ, ਖਰੀਦੀਆਂ ਸੀ ਜਾਂ ਲਈਆਂ ਸੀ, ਜੁਡੀਸ਼ੀਅਲ ਰਿਵਿਊ ਲਏ ਸੀ ਕੌਨਸਟੀਟਿਊਸ਼ਨ ਲਈ। ਕੈਨੇਡਾ ਤੋਂ ਆਪਾਂ ਲਈ ਸੀ ਸੈਪਰੇਸ਼ਨ ਪਾਵਰਸ ਲਈਆਂ ਸੀ ਯੂਨੀਅਨ ਔਰ ਸਟੇਟ ਵਾਸਤੇ। ਯੂਨਾਈਟਿਡ ਕਿੰਗਡਮ ਤੋਂ ਆਪਾਂ ਇਸ ਦਾ ਪੂਰਾ ਸਟਰਕਚਰ ਲਿਆ ਸੀ ਕੌਨਸਟੀਟਿਊਸ਼ਨ ਸਿਸਟਮ ਦਾ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ, ਫਰੋਮ ਵਿਚ ਆਫ ਦਾ ਫੋਲੋਇੰਗ ਕੌਨਸਟੀਟਿਊਸ਼ਨ ਵੀ ਹੈਵ ਬੋਰੋ ਦਾ ਆਈਡੀਆ ਆਫ ਦਾ ਪ੍ਰੀਐਂਬਲ। ਆਪਾਂ ਨੇ ਪ੍ਰੀਐਂਬਲ ਦਾ ਆਈਡੀਆ ਕਿੱਥੋਂ ਲਿਆ? ਇਹ ਲਾਸਟ ਕੁਐਸਚਨ 'ਚ ਪੜ੍ਹ ਚੁੱਕੇ ਹਾਂ ਆਪਾਂ। ਕੌਨਸਟੀਟਿਊਸ਼ਨ ਦਾ ਜਿੱਥੋਂ ਆਈਡੀਆ ਲਿਆ ਸੀ ਸੇਮ ਐਜ਼ ਪ੍ਰੀਐਂਬਲ ਦਾ ਵੀ ਲਿਆ। ਰਾਈਟ ਆਂਸਰ ਇਜ਼ ਏ ਕੌਨਸਟੀਟਿਊਸ਼ਨ ਆਫ ਯੂਨਾਈਟਿਡ ਸਟੇਟ, ਕਿਉਂਕਿ ਆਪਾਂ ਨੇ ਇਸ ਤੋਂ ਕੌਨਸਟੀਟਿਊਸ਼ਨ ਬੋਰੋ ਕੀਤਾ ਸੀ ਸੇਮ ਐਜ਼ ਪ੍ਰੀਐਂਬਲ, ਬਿਕੋਜ਼ ਪ੍ਰੀਐਂਬਲ ਇਜ਼ ਅ ਪਾਰਟ ਆਫ ਦਾ ਕੌਨਸਟੀਟਿਊਸ਼ਨ। ਸੋ ਦੋਨੋਂ ਚੀਜ਼ਾਂ ਹੀ ਇੱਕੋ ਦੇਸ਼ ਤੋਂ ਲਈਆਂ ਹੋਈਆਂ ਨੇ। ਦੇਖਦੇ ਨੈਕਸਟ ਕੁਐਸਚਨ, ਇਨ ਇੰਡੀਆ ਇਜ਼ ਦ ਜੁਡੀਸ਼ਰੀ। ਜੁਡੀਸ਼ਰੀ ਹੈ ਜਿਹੜੀ ਉਹ ਕਿਵੇਂ ਆਪਣੇ ਇੰਡੀਆ ਦੇ ਵਿੱਚ? ਦ ਰਾਈਟ ਆਂਸਰ ਇਜ਼ ਇੰਡੀਪੈਂਡੈਂਟ। ਇੰਡੀਪੈਂਡੈਂਟ ਹੈ ਉਹ ਆਪਣੇ ਅਕੋਰਡਿੰਗ ਹੀ ਚੱਲਦੇ ਨੇ, ਨਾ ਉਹ ਕਿਸੇ ਪਾਰਲੀਮੈਂਟ ਦੇ ਅੰਡਰ ਹੈ, ਨਾ ਕਿਸੇ ਪ੍ਰੈਜ਼ੀਡੈਂਟ ਦੇ, ਨਾ ਉਹ ਪ੍ਰਾਈਮ ਮਿਨਿਸਟਰ ਦੇ। ਸੋ ਦ ਆਂਸਰ ਇਜ਼ ਏ, ਦੈਟ ਇਜ਼ ਇੰਡੀਪੈਂਡੈਂਟ। ਆਪਾਂ ਇਸ ਨਾਲ ਇੱਕ ਆਰਟੀਕਲ ਵੀ ਜੋੜ ਲੈਂਦੇ ਹਾਂ 51, ਜੋ ਕਿ ਜੁਡੀਸ਼ਲੀ ਇੰਡੀਪੈਂਡੈਂਟ ਦਾ ਆਰਟੀਕਲ ਹੈ ਜੋ ਕੌਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਕੀਤਾ ਗਿਆ। ਦੇਖਦੇ ਹਾਂ ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਕੰਟਰੀ ਇੰਟਰੋਡਿਊਸ ਅ ਪ੍ਰੈਂਬਲ ਇਨ ਇਟਸ ਕੌਨਸਟੀਟਿਊਸ਼ਨ ਫॉर द फर्स्ट टाइम। ਇਹ ਅਗੇਨ ਉਹ ਸੇਮ ਹੀ ਕੁਐਸਚਨ ਹੈ, ਉਸਨੂੰ ਮੋਲਡ ਕਰਕੇ ਲਿਖਿਆ ਹੋਇਆ ਜਸਟ। ਇਸ ਦਾ ਰਾਈਟ ਆਂਸਰ ਹੈ USA। USA ਤੋਂ ਹੀ ਸਾਰਾ ਕੁਝ ਲਿਆ ਗਿਆ, ਲਾਈਕ ਜੁਡੀਸ਼ੀਅਲ ਰਿਵਿਊ USA ਤੋਂ ਹੀ ਬੋਰੋ ਕੀਤਾ ਗਿਆ ਸੀ ਕੌਨਸਟੀਟਿਊਸ਼ਨ ਦਾ ਸਿਸਟਮ, ਸਟਰਕਚਰ ਐਂਡ ਪ੍ਰੀਐਂਬਲ ਆਲਸੋ। ਚੱਲਦੇ ਹਾਂ ਅਗਲੇ ਕੁਐਸਚਨ ਤੇ, ਇਨ ਵਿਚ ਆਫ ਦਾ ਫੋਲੋਇੰਗ ਕੇਸਿਸ ਸੁਪਰੀਮ ਕੋਰਟ ਹੈਲਡ ਦੈਟ ਪ੍ਰੀਐਂਬਲ ਕੈਨ ਬੀ ਅਮੈਂਡਡ ਵਿਦਾਊਟ ਆਲਟਰਿੰਗ ਇਟਸ ਬੇਸਿਕ ਫੀਚਰ। ਇਸ ਦਾ ਮਤਲਬ ਇਹ ਪ੍ਰੀਐਂਬਲ ਨੂੰ ਜੇ ਤੁਸੀਂ ਚੇਂਜ ਕਰਨਾ ਹੈ, ਉਸ ਦਾ ਜੋ ਵੀ ਬੇਸਿਕ ਸਟਰਕਚਰ ਆ ਉਸਨੂੰ ਛੇੜੇ ਛਾੜੇ ਬਿਨਾ, ਤਾਂ ਇਸ ਦਾ ਰਾਈਟ ਆਂਸਰ ਸੀ ਕੇਸ਼ਵ ਨੰਦਾ ਭਾਰਤੀ ਕੇਸ, ਆਪਸ਼ਨ ਨੰਬਰ ਡੀ। ਚੱਲਦੇ ਹਾਂ ਅਗਲੇ ਕੁਐਸਚਨ ਤੇ, ਦ ਇੰਡੀਅਨ ਯੂਨੀਅਨ ਕੰਪਰੈਸ ਡੈਸ਼ ਸਟੇਟ ਐਂਡ ਡੈਸ਼ ਯੂਨੀਅਨ ਟੈਰੇਟਰੀਜ਼। ਆਪਣੇ ਇੰਡੀਅਨ ਯੂਨੀਅਨ ਦੇ ਵਿੱਚ ਕਿੰਨੀਆਂ ਸਟੇਟਸ ਨੇ ਤੇ ਯੂਨੀਅਨ ਟੈਰੇਟਰੀਜ਼ ਨੇ? ਦ ਰਾਈਟ ਆਂਸਰ ਇਜ਼ ਡੀ, ਦੈਟ ਇਜ਼ 28 ਆਪਣੇ ਕੋਲ ਸਟੇਟਸ ਨੇ ਐਂਡ ਯੂਟੀਜ਼ ਆਪਣੇ ਕੋਲ 8 ਹੋ ਗਈਆਂ ਹੁਣ ਦੇਖਦੇ ਹਾਂ ਲਾਸਟ ਕੁਐਸਚਨ, ਦ ਪ੍ਰੀਐਂਬਲ ਟੂ ਦ ਕੌਨਸਟੀਟਿਊਸ਼ਨ ਡਿਕਲੇਅਰ ਇੰਡੀਆ ਐਜ਼। ਪ੍ਰੀਐਂਬਲ ਦੇ ਵਿੱਚ ਇਸ ਨੂੰ ਕਿਵੇਂ ਲਿਖਿਆ ਗਿਆ? ਦ ਰਾਈਟ ਆਂਸਰ ਇਜ਼ ਸੋਵਰਜਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ ਐਂਡ ਰਿਪਬਲਿਕ। ਇਸ ਦੇ ਵਿੱਚ 3 ਅੱਖਰ ਹੈ ਜਿਹੜੇ 42nd ਕੌਨਸਟੀਟਿਊਸ਼ਨ ਅਮੈਂਡਮੈਂਟ 1976, ਜਿਸ ਨੂੰ ਕਿ ਮਿੰਨੀ ਕੌਨਸਟੀਟਿਊਸ਼ਨ ਬੋਲਦੇ ਆ, ਉਸ ਦੇ ਦੌਰਾਨ ਐਡ ਕੀਤੇ ਗਏ ਸੀ। ਉਹ 3 ਵਰਡਸ ਕਿਹੜੇ ਨੇ? ਸੋਸ਼ਲਿਸਟ, ਸੈਕੂਲਰ, ਇੰਟੀਗ੍ਰੇਟਿਵ। ਇਸ ਨੂੰ ਆਪਾਂ SIS ਵੀ ਬੋਲ ਸਕਦੇ ਹਾਂ, ਜੋ ਕਿ ਮਿੰਨੀ ਕੌਨਸਟੀਟਿਊਸ਼ਨ 42nd ਅਮੈਂਡਮੈਂਟ ਹੋਈ ਸੀ 1976 ਵਿੱਚ ਐਡ ਕੀਤਾ ਗਿਆ ਸੀ। ਇਹੀ ਸੀ ਪੋਲਿਟੀ ਦੇ ਕੁਝ ਇੰਪੋਰਟੈਂਟ ਕੁਐਸਚਨ। ਜਲਦ ਹੀ ਇਸ ਦਾ ਨੈਕਸਟ ਪਾਰਟ ਲੈ ਕੇ ਮਿਲਦੇ ਹਾਂ। ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ। ਥੈਂਕ ਯੂ।